ਕਿਸੇ ਨੂੰ ਬਿਮਾਰੀ ਵੀ ਹੋਵੇ ਨਾ, ਹਿੰਮਤ ਦਿਓ, ਹੌਸਲਾ ਦਿਓ ਕਿ ਫਿਕਰ ਨਾ ਕਰ, ਆਪਣੇ ਰੱਬ ਤੇ ਯਕੀਨ ਰੱਖ। ਐਸਾ ਕਿਹੜਾ ਦੁੱਖ ਹੈ, ਐਸੀ ਕਿਹੜੀ ਪਰੇਸ਼ਾਨੀ ਹੈ ਜਿਹੜੀ ਠੀਕ ਨਹੀਂ ਹੋ ਸਕਦੀ? ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਇਨਸਾਨ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦਾ ਹੈ ਤਾਂ ਫੇਰ ਹੀ ਇਨਸਾਨ ਕਮਜ਼ੋਰ ਹੋ ਜਾਂਦਾ ਹੈ। ਤਾਂ ਜੇ ਬੰਦਾ ਸੋਚੇ ਨਹੀਂ ਮੈਂ ਬਹੁਤ ਸਟਰੋਂਗ ਹਾਂ, ਮੈਂ ਬਹੁਤ ਮਜ਼ਬੂਤ ਹਾਂ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ, ਜੇ ਦੁੱਖ ਆਇਆ ਹੈ ਤਾਂ ਮੇਰਾ ਮਾਲਿਕ ਮੈਨੂੰ ਇਹ ਦੁੱਖਾਂ ਚੋਂ ਜ਼ਰੂਰ ਕੱਢੇਗਾ। ਜਦੋਂ ਇਦਾਂ ਦੀ ਭਾਵਨਾ ਇਨਸਾਨ ਰੱਖਦਾ ਹੈ ਤਾਂ ਉਹਦੇ ਜੀਵਨ 'ਚ ਜੇ ਦੁੱਖ ਹੁੰਦੇ ਵੀ ਹੈ ਨਾ, ਉਹ ਜਲਦੀ ਦੂਰ ਵੀ ਹੋ ਜਾਂਦੇ ਹੈ। ਇਸ ਲਈ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਇੱਕ ਚਿੱਤਰਕਾਰ ਹੈ, ਬਹੁਤ ਬੜਾ ਚਿੱਤਰਕਾਰ, ਮਾਰੀਓਜ਼ ਕੇਜ਼ਰਕੀ ਉਹਦਾ ਨਾਮ ਹੈ, ਮਾਰੀਓਜ਼ ਕੇਜ਼ਰਕੀ। ਹੁਣ ਬਹੁਤ ਬੜਾ ਚਿੱਤਰਕਾਰ ਹੈ, ਇਦਾਂ ਦੀ ਪੇਂਟਿੰਗ ਬਣਾਉਂਦਾ ਹੈ ਕਿ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ, ਇਦਾਂ ਲੱਗਦਾ ਸਾਖਸ਼ਾਤ ਸਾਹਮਣੇ ਬੰਦਾ ਖੜਾ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ, ਉਹਦੇ ਦੋਨੇ ਬਾਜੂ ਹੈ ਨਹੀਂ, ਉਹਦੀਆਂ ਦੋਨੇ ਹੀ ਬਾਹਾਂ ਹੈ ਨਹੀਂ, ਪਰ ਫਿਰ ਵੀ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਕਦੀ ਆਪਣੇ ਆਪ ਨੂੰ ਅਪੰਗ ਨਹੀਂ ਸਮਝਿਆ। ਇਹ ਨਹੀਂ ਮਹਿਸੂਸ ਕੀਤਾ ਕਿ ਮੈਂ ਅੰਗਹੀਨ ਹਾਂ, ਤਾਂ ਮੈਂ ਕਮਜ਼ੋਰ ਹਾਂ, ਮੇਰੇ ਤੋਂ ਕੁਝ ਹੋਣਾ ਨਹੀਂ, ਜਾਂ ਮੈਂ ਕੁਝ ਕਰ ਨਹੀਂ ਸਕਦਾ। ਬਾਹਾਂ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਇਦਾਂ ਬੁਲੰਦ ਰੱਖਿਆ, ਕਿਉਂਕਿ ਉਹਦਾ ਸੁਪਨਾ ਸੀ ਬਚਪਨ ਦਾ ਕਿ ਮੈਂ ਪੇਂਟਰ ਬਣਨਾ ਹੈ, ਚਿੱਤਰਕਾਰ ਬਣਨਾ ਹੈ। ਤਾਂ ਵਾਕਈ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਇਦਾਂ ਹਿੰਮਤ, ਇਦਾਂ ਯਕੀਨ ਰੱਖਿਆ ਕਿ ਅੱਜ ਉਹ ਵਾਕਈ ਫੇਮਸ ਪੇਂਟਰ ਹੈ, ਚਿੱਤਰਕਾਰ ਹੈ। ਹੁਣ ਹਿੰਮਤ ਕਿੱਥੋਂ ਆਉਂਦੀ ਹੈ? ਆਪਣੇ ਰੱਬ ਤੇ ਯਕੀਨ ਬੰਦਾ ਰੱਖੇ ਤਾਂ ਆਪਣੇ ਕਿਸੇ ਬੋਡੀ ਦੇ ਪਾਰਟ ਨੂੰ ਨਾ ਹੋਣ ਦੀ ਵਜ੍ਹਾ ਨਾਲ ਜਾਂ ਕਿਤੇ ਪ੍ਰੋਬਲਮ ਹੋਣ ਦੀ ਵਜ੍ਹਾ ਨਾਲ ਬੰਦਾ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ ਕਿ ਮੇਰੇ ਇੱਥੇ ਹੱਥ 'ਚ ਪ੍ਰੋਬਲਮ ਹੈ, ਮੇਰੀ ਲੱਤ 'ਚ ਪ੍ਰੋਬਲਮ ਹੈ, ਮੇਰੇ ਪੇਟ 'ਚ ਪ੍ਰੋਬਲਮ ਹੈ, ਮੇਰੇ ਮੋਢੇ 'ਚ ਪ੍ਰੋਬਲਮ ਹੈ, ਤਾਂ ਮੈਂ ਕਮਜ਼ੋਰ ਹਾਂ ਜਾਂ ਮੈਂ ਕਾਮਯਾਬ ਨਹੀਂ ਹੋ ਸਕਦਾ, ਮੈਂ ਸਫਲ ਨਹੀਂ ਹੋ ਸਕਦਾ। ਨਹੀਂ, ਕਿਉਂਕਿ ਜੇ ਤੁਸੀਂ ਇੱਥੇ ਸੋਚ ਲਿਆ ਕਿ ਮੇਰੇ ਇਹ ਪ੍ਰੋਬਲਮ ਹੈ, ਮੈਂ ਕਾਮਯਾਬ ਨਹੀਂ ਹੋ ਸਕਦਾ, ਫਿਰ ਤੁਹਾਨੂੰ ਕੋਈ ਕਾਮਯਾਬ ਕਰ ਹੀ ਨਹੀਂ ਸਕਦਾ। ਤਾਂ ਜੇ ਤੁਸੀਂ ਸੋਚੋ ਇਹ ਪ੍ਰੋਬਲਮ ਮੇਰੇ ਸਰੀਰ 'ਚ ਹੋ ਸਕਦੀ ਹੈ, ਪਰ ਮੇਰੀ ਹਿੰਮਤ, ਮੇਰਾ ਹੌਸਲਾ ਬਹੁਤ ਬੜਾ ਹੈ, ਮੈਂ ਕਾਮਯਾਬ ਹੋ ਕੇ ਦਿਖਾऊं, ਤਾਂ ਫਿਰ ਉਹਦੀ ਰਹਿਮਤ ਐਸੀ ਹੁੰਦੀ ਹੈ ਕਿ ਤੁਹਾਨੂੰ ਕਾਮਯਾਬ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਜ਼ਰਾ ਸਮਝਣਾ ਸਾਰਿਆਂ। ਇਸ ਲਈ ਉਹਨੇ ਕਿਹਾ ਹੈ ਆਈ ਵਾਜ਼ ਬੋਰਨ ਵਿਦਾਊਟ ਆਰਮ, ਕਹਿੰਦਾ ਮੈਂ ਬੇਸ਼ੱਕ ਬਿਨਾਂ ਬਾਹਾਂ ਤੋਂ ਜਨਮ ਲਿਆ, ਬਟ I still manage to fulfill my dream, ਪਰ ਫਿਰ ਵੀ ਮੈਂ ਤਾਕਤ ਰੱਖਦਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ। ਇਹ ਉਹਦੀ ਵਰਡਿੰਗ ਹੈ ਕਿ I was born without arm, ਕਿ ਮੈਂ ਜਨਮ ਲਿਆ ਬਿਨਾਂ ਬਾਹਾਂ ਤੋਂ, but I managed to fulfill my dreams, ਪਰ ਫਿਰ ਵੀ ਬੇਸ਼ੱਕ ਮੇਰੀਆਂ ਬਾਹਾਂ ਨਹੀਂ ਹੈ, ਪਰ ਫਿਰ ਵੀ ਮੈਂ I still managed to fulfill my dream, ਕਹਿੰਦਾ I still managed to fulfill my dream, ਪਰ ਫਿਰ ਵੀ ਮੈਂ ਤਾਕਤ ਰੱਖਦਾ ਹਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ। ਫਿਰ ਵੀ ਮੈਂ ਆਪਣੇ ਸੁਪਨੇ ਪੂਰੇ ਕਰ ਸਕਦਾ ਹਾਂ, ਬੇਸ਼ੱਕ ਮੇਰੀਆਂ ਬਾਹਾਂ ਨਹੀਂ ਹੈ, ਮੇਰੀਆਂ ਜਨਮ ਤੋਂ ਬਾਹਾਂ ਨਹੀਂ ਹੈ। ਇਹ ਤਾਂ ਕਿਤੇ ਦੇਖਿਓ, ਜਾ ਕੇ ਪੜ੍ਹ ਕੇ ਦੇਖਿਓ ਉਹਦੇ ਬਾਰੇ। ਨਾਮ ਇੱਕ ਵਾਰ ਫਿਰ ਸੁਣੋ, ਮਾਰੀਓਜ਼ ਕੇਜ਼ਰਕੀ, ਮਾਰੀਓਜ਼ ਕੇਜ਼ਰਕੀ। ਜਿਸਲੇ ਤੁਸੀਂ ਉਹਨੂੰ ਪੜ੍ਹੋਗੇ ਨਾ, ਉਹਦੀਆਂ ਤਸਵੀਰਾਂ ਵੀ ਦੇਖੋਗੇ ਕਿ ਕਿੰਨੀ ਅੱਛੀ ਤਸਵੀਰ ਬਣਾਉਂਦਾ ਹੈ। ਇਦਾਂ ਦੀ ਤਸਵੀਰ ਬਣਾਉਂਦਾ ਕਿ ਜਦੋਂ ਦੇਖਦਾ ਬੰਦਾ ਕਹਿੰਦਾ ਲੈ ਵੀ ਸਾਖਸ਼ਾਤ ਸਾਹਮਣੇ, ਤਾਂ ਇਦਾਂ ਲੱਗਦਾ ਵੀ ਜਾਨ ਪਾਣੀ ਬਾਕੀ ਹੈ, ਬਾਹਾਂ ਨਹੀਂ ਹੈ, ਪਰ ਫਿਰ ਵੀ ਉਹਨਾਂ ਹਾਰ ਨਹੀਂ ਮੰਨੀ। ਤਾਂ ਤੁਸੀਂ ਆਪਣੇ ਆਪ ਨੂੰ ਦੇਖੋ, ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੱਥ ਉੱਪਰ ਕਰੋ, ਹੱਥ ਦਿੱਤੇ ਜਾਂ ਕਿ ਨਹੀਂ ਤੁਹਾਨੂੰ? ਹੁਣ ਜਿਹੜਾ ਹੁਣ ਆਪ ਹੀ ਗੌਰ ਕਰ ਲਓ, ਇੱਥੇ ਹੋਰ ਰੰਗਾਂ ਦੀ ਗੱਲ ਨਹੀਂ ਕਰਨੀ। ਮਾਰੀਓਜ਼ ਦੇ ਕੋਲ ਹੱਥ ਨਹੀਂ ਹੈ, ਫਿਰ ਵੀ ਉਹ ਕਾਮਯਾਬ ਹੈ। ਤਾਂ ਤੁਹਾਡੇ ਕੋਲ ਹੱਥ ਹੁੰਦੇ ਹੋਏ ਵੀ ਤੁਸੀਂ ਦੁਖੀ ਬੈਠੇ ਹੋ, ਤਾਂ ਮਤਲਬ ਕੀ ਹੈ? ਮਤਲਬ ਇਹੀ ਹੈ ਕਿ ਉਹ ਅੰਦਰੋਂ ਆਪਣੇ ਰੱਬ ਤੇ ਯਕੀਨ ਰੱਖਣ ਵਾਲਾ ਹੈ, ਮਿਹਨਤ ਕਰਨ ਵਾਲਾ ਹੈ, ਤੇ ਅਸੀਂ ਹਿੰਮਤ ਹਾਰ ਕੇ ਦੁਖੀ ਹੋ ਕੇ ਬੈਠੇ ਹਾਂ। ਇਹੀ ਫਰਕ ਹੈ ਥੋੜਾ, ਫਰਕ ਇੱਥੇ ਸੋਚ ਵਿੱਚ ਹੈ। ਸਮਝ ਰਹੇ ਹੋ ਕਿ ਨਹੀਂ? ਉਹਨੇ ਸੋਚ ਲਿਆ ਬੇਸ਼ੱਕ ਮੇਰੇ ਹੱਥ ਨਹੀਂ ਹੈ, ਫਿਰ ਵੀ ਮੈਂ ਕਾਮਯਾਬ ਹੋ ਸਕਦਾ ਹਾਂ, ਕਿਉਂਕਿ ਜਿਸਨੇ ਮੈਨੂੰ ਜਨਮ ਦਿੱਤਾ ਉਹ ਮੇਰੇ ਨਾਲ ਹੈ। ਅੱਜ ਬੰਦਾ ਡਰ ਜਾਂਦਾ ਹੈ, ਹੱਥ ਪੈਰ ਸਲਾਮਤ ਹੈ, ਪੈਰ ਵੀ ਚੱਲਦੇ ਹੈ, ਅੱਖਾਂ ਵੀ ਦੇਖਦੀਆਂ, ਕੰਨ ਵੀ ਸੁਣਦੇ ਹੈ, ਸਰੀਰ ਸਾਰਾ ਫਿੱਟ ਹੈ, ਫਿਰ ਵੀ ਬੰਦਾ ਡਰ ਕੇ ਬਹਿ ਜਾਂਦਾ, ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਾਮਯਾਬ ਹੋ ਸਕਦਾ, ਮੈਂ ਨਹੀਂ ਸਫਲ ਹੋ ਸਕਦਾ, ਕਿਉਂਕਿ ਕਿਸੇ ਚੇਲੇ ਭੂਪੇ ਨੇ ਕਹਿਤਾ ਤੇਰੀ ਮਿੱਟੀ ਚੱਕ ਲਈ ਹੈ ਪੈਰਾਂ ਦੀ, ਆ ਤੇਰੇ ਤੇ ਨਾ ਮਸਾਣੀ ਛੱਡ ਦਿੱਤੀ ਹੈ, ਆ ਤੈਨੂੰ ਨਾ ਦਹੀਂ ਚ ਘੋਲ ਕੇ ਆ ਭੂਤ ਪ੍ਰੇਤ ਖਿਲਾ ਦਿੱਤਾ ਤੈਨੂੰ। ਉਹ ਇਦਾਂ ਦੇ ਚੱਕਰਾਂ 'ਚ ਅੱਜ ਇਨਸਾਨ ਫਸਿਆ ਹੋਇਆ ਹੈ। ਤਾਂ ਜਿਹੜਾ ਵਹਿਮਾਂ ਭਰਮਾਂ 'ਚ ਫਸਿਆ ਹੋਵੇ ਉਹਨਾਂ ਜੀਵਨ 'ਚ ਕਾਮਯਾਬ ਕੀ ਹੋਣਾ?
ਉਹ ਸਭ ਤੋਂ ਬੜੀ ਤਾਕਤ ਤੁਹਾਡੇ ਅੰਦਰ ਬੈਠੀ ਹੈ। ਤੁਹਾਡਾ ਰੱਬ, ਤੁਹਾਡਾ ਪ੍ਰਮਾਤਮਾ, ਤੁਹਾਡਾ ਮਾਲਿਕ ਤੁਹਾਡੇ ਅੰਦਰ ਬੈਠਾ ਹੈ। ਤੁਹਾਨੂੰ ਆਪਣੇ ਅੰਦਰ ਬੈਠੇ ਮਾਲਿਕ ਤੇ ਯਕੀਨ ਨਹੀਂ ਹੈ ਤਾਂ ਤੁਸੀਂ ਬਸ ਯਕੀਨ ਕਰ ਲੈਂਦੇ ਹੋ ਦਹੀਂ ਚ ਘੋਲ ਕੇ ਕਿਸੇ ਨੇ ਖਿਲਾਤਾ ਮੈਨੂੰ, ਲੱਸੀ ਚ ਪਾ ਕੇ ਕਿਸੇ ਨੇ ਖਿਲਾਤਾ ਮੈਨੂੰ, ਆ ਪਾਣੀ ਚ ਕਿਸੇ ਨੇ ਘੋਲ ਕੇ ਪਿਲਾਤਾ ਮੈਨੂੰ। ਉਹ ਕਮਾਲ ਦੀ ਗੱਲ, ਉਹ ਘੋਲੀ ਹੋਈ ਛੋਟੀ ਜਿਹੀ ਚੀਜ਼ ਤੇ ਤੁਹਾਨੂੰ ਯਕੀਨ ਹੋ ਜਾਂਦਾ ਹੈ, ਬਿਮਾਰ ਹੋ ਕੇ ਬਹਿ ਜਾਂਦੇ ਹੋ। ਤਾਂ ਐਡੀ ਵੱਡੀ ਸ਼ਕਤੀ ਤੁਹਾਡੇ ਅੰਦਰ ਬੈਠੀ ਹੈ, ਉਹ ਪਰਮ ਪਿਤਾ ਪਰਮਾਤਮਾ, ਉੱਤੇ ਯਕੀਨ ਨਹੀਂ ਹੈ ਕਿ ਜਿੱਥੇ ਐਡਾ ਵੱਡਾ ਸਾਗਰ ਯਾਨੀ ਰਹਿਮਤਾਂ ਦਾ ਦਰਿਆ ਪਰਮਾਤਮਾ ਮੇਰੇ ਅੰਦਰ ਹੋਵੇ, ਉੱਥੇ ਆ ਛੋਟ ਮੋਟੀਆਂ ਚੀਜ਼ਾਂ ਨੇ ਮੇਰਾ ਕੀ ਵਿਗਾੜਨਾ ਹੈ? ਜਵਾਬ ਦਿਓ, ਤੁਹਾਡੇ ਅੰਦਰ ਰੱਬ ਹੈ ਜਾਂ ਨਹੀਂ, ਜਾਂ ਸ਼ੈਤਾਨ ਹੀ ਮੰਨ ਕੇ ਬੈਠੇ ਹੋ? ਕਿਉਂਕਿ ਜਿਹੜਾ ਮੰਨੇਗਾ ਕਿ ਮੈਂ ਤਾਂ ਭਾਈ ਖਾਲੀ ਹਾਂ, ਖਾਲੀ ਦਾ ਮਤਲਬ ਹੈ ਨਹੀਂ ਮੇਰੇ ਅੰਦਰ ਮੇਰਾ ਭਗਵਾਨ, ਮੇਰਾ ਪ੍ਰਭੂ, ਮੇਰਾ ਪਰਮਾਤਮਾ ਨਹੀਂ ਹੈ, ਉਹਨੂੰ ਫਿਰ ਮਾੜੀਆਂ ਮਾੜੀਆਂ ਚੀਜ਼ਾਂ ਵੀ ਦੁਖੀ ਕਰਨਗੀਆਂ। ਉਹ ਇੱਕ ਪਾਣੀ ਦਾ ਘੁੱਟ ਵੀ ਪੀ ਲੇਗਾ ਨਾ ਤਾਂ ਪਾਣੀ ਦਾ ਘੁੱਟ ਹਾਏ ਮੈਨੂੰ ਹਾਜ਼ਮ ਨਹੀਂ ਹੁੰਦਾ, ਇੱਥੇ ਬਹਿ ਜਾਂਦਾ ਹੈ। ਹਾਲਾਂਕਿ ਕੋਈ ਪੁੱਛਣ ਵਾਲਾ ਹੋਵੇ ਕਿ 71% ਪਾਣੀ ਹੈ ਤੇਰੀ ਬਾਡੀ 'ਚ, ਸਮਝਦੇ ਹੋ ਕਿ ਨਹੀਂ? ਕੋਈ 72 ਕਹਿੰਦਾ, ਕੋਈ 70 ਕਹਿੰਦਾ ਹੈ, ਪਰ ਸਹੀ ਮਾਇਨੇ 'ਚ ਧਿਆਨ ਦੇ ਵਿੱਚ ਜਾ ਕੇ ਅਸੀਂ ਦੇਖਿਆ ਤਾਂ 71% ਪਾਣੀ ਹੈ ਸਾਡੀ ਬਾਡੀ 'ਚ, ਸਮਝਦੇ ਹੋ ਕਿ ਨਹੀਂ? ਔਰ ਜੇ ਤੁਸੀਂ ਪੂਰੀ ਧਰਤੀ ਤੇ ਵੀ ਦੇਖੋਗੇ ਨਾ, ਪੂਰੀ ਪ੍ਰਿਥਵੀ ਜਿੱਥੇ ਅਸੀਂ ਰਹਿ ਰਹੇ ਹਾਂ ਉੱਤੇ ਵੀ ਤੁਸੀਂ ਦੇਖੋਗੇ ਤਾਂ 71% ਪਾਣੀ ਹੈ, ਚਾਹੇ ਸਮੁੰਦਰਾਂ ਦਾ ਪਾਣੀ ਹੈ, ਤਾਂ ਬਾਕੀ ਜਿੰਨੀ ਹੈ ਉਹ ਜ਼ਮੀਨ ਹੈ। ਔਰ ਕਹਿੰਦੇ ਜੋ ਬ੍ਰਹਮੰਡੇ ਸੋਹੀ ਪਿੰਡੇ, ਜੋ ਖੋਜੇ ਸੋ ਪਾਵੇ। ਸੋ ਤੁਹਾਡੀ ਬਾਡੀ ਦੇ ਅੰਦਰ ਉਹ ਪ੍ਰਮਾਤਮਾ ਬੈਠਾ ਹੋਇਆ ਹੈ। ਹੁਣ ਏਦਾਂ ਸਮਝ ਲਓ ਕਿ ਇੱਕ ਛੋਟਾ ਜਿਹਾ ਪਾਣੀ ਦਾ ਗਲਾਸ ਹੈ, ਉਹਦੇ 'ਚ ਕਿਸੇ ਨੇ ਇੱਕ ਸਵਾਦ ਦੀ ਚੁਟਕੀ ਪਾ ਦਿੱਤੀ, ਜਾਂ ਉਹਦੇ 'ਚ ਕਿਸੇ ਨੇ ਇੱਕ ਨਮਕ ਦੀ ਚੁਟਕੀ ਪਾਤੀ, ਉਹ ਪਾਣੀ ਨਮਕੀਨ ਹੋ ਜਾਣਾ ਹੈ, ਹੋ ਜਾਣਾ ਕਿ ਨਹੀਂ? ਪਰ ਹੁਣ ਉਹੀ ਸਵਾਦ ਦੀ ਚੁਟਕੀ ਲੈ ਕੇ ਜਾਂ ਨਮਕ ਦੀ ਚੁਟਕੀ ਲੈ ਕੇ ਤੁਸੀਂ ਸਮੁੰਦਰ 'ਚ ਚਲੇ ਜਾਓ, ਪਾ ਦਿਓ ਉਹਦੇ 'ਚ ਇੱਕ ਚੁਟਕੀ ਨਮਕ ਜਾਂ ਪਾ ਦਿਓ ਚੁਟਕੀ ਸਵਾਦ, ਸਮੁੰਦਰ ਨੂੰ ਪਤਾ ਲੱਗੇਗਾ? ਫਰਕ ਪਏਗਾ ਉਹਨੂੰ? ਕਿਉਂਕਿ ਐਡੇ ਵੱਡੇ ਸਮੁੰਦਰ 'ਚ ਤੁਸੀਂ ਕੁਆਂਟਲਾਂ ਦਾ ਕੁਆਂਟਲ ਵੀ ਪਾ ਦਿਓ ਤਾਂ ਵੀ ਫਰਕ ਨਹੀਂ ਪੈਣਾ। ਕਾਰਨ ਕੀ ਹੈ ਕਿ ਉਹ ਕੁਆਂਟਲਾਂ ਨਾਲੋਂ ਵੀ ਜ਼ਿਆਦਾ ਸਮੁੰਦਰ ਬੜਾ ਹੈ। ਤਾਂ ਹੁਣ ਜ਼ਰਾ ਸੋਚੋ, ਜੇ ਇੱਕ ਬਾਹਰੀ ਤੌਰ ਤੇ ਸਮੁੰਦਰ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਕੁਝ ਪਾ ਦਈਏ, ਚਾਹੇ ਕਾਲਾ ਰੰਗ ਘੋਲ ਦਈਏ, ਸਮੁੰਦਰ ਨੂੰ ਫਰਕ ਨਹੀਂ ਪੈਣਾ। ਤਾਂ ਹੁਣ ਜ਼ਰਾ ਸੋਚੋ, ਫਿਰ ਸਮੁੰਦਰ ਨਾਲੋਂ ਵੀ ਵਿਸ਼ਾਲ ਪਰਮਾਤਮਾ ਦਾ ਰਹਿਮਤ ਦਾ ਦਰਿਆ ਤੁਹਾਡੇ ਅੰਦਰ ਹੈ, ਤਾਂ ਤੁਸੀਂ ਮਾੜੀਆਂ ਮਾੜੀਆਂ ਚੀਜ਼ਾਂ ਤੋਂ ਡਰ ਜਾਂਦੇ ਹੋ। ਅਜੀ ਕਿਸੇ ਨੇ ਇਦਾਂ ਕਰ ਦਿੱਤਾ ਤਾਂ ਮੇਰਾ ਕੰਮ ਨਹੀਂ ਚੱਲਦਾ, ਕਿਸੇ ਨੇ ਉਦਾਂ ਕਰ ਦਿੱਤਾ ਤਾਂ ਮੇਰੀ ਸਿਹਤ ਖਰਾਬ ਹੋ ਗਈ, ਕਈ ਤਾਂ ਬੜੀਆਂ ਚੀਕਾਂ ਮਾਰਦੇ ਆ, ਕਈ ਫਰਾਟੇ ਮਾਰਦੇ ਆ। ਇਦਾਂ ਨਹੀਂ, ਆਪਣੇ ਰੱਬ ਤੇ ਵਿਸ਼ਵਾਸ ਕਰੋ ਕਿ ਮੇਰੇ ਅੰਦਰ ਸਭ ਤੋਂ ਸ਼ਕਤੀਸ਼ਾਲੀ ਉਹ ਪਰਮਾਤਮਾ ਬੈਠਾ ਹੈ। ਜਿੱਦਾਂ ਅਸੀਂ ਦੱਸੀਦਾ ਆਈ ਐਮ ਸਨ ਆਫ ਦਾ ਗॉड, ਕਿ ਮੈਂ ਈਸ਼ਵਰ ਦਾ ਬੱਚਾ ਆ, ਮੇਰਾ ਪਿਤਾ ਜਿਸ ਨੇ ਮੈਨੂੰ ਪੈਦਾ ਕੀਤਾ ਉਹ ਪਰਮਾਤਮਾ ਦਾ ਬੱਚਾ ਹਾਂ। ਤਾਂ ਜੇ ਮੈਂ ਉਹਦਾ ਬੱਚਾ ਆ, ਉਹ ਮੇਰਾ ਪਿਤਾ ਮੇਰੇ ਨਾਲ ਹੈ, ਤਾਂ ਕੋਈ ਬੁਰੀ ਚੀਜ਼ ਮੇਰੇ ਲਾਗੇ ਆ ਹੀ ਨਹੀਂ ਸਕਦੀ। ਤੁਸੀਂ ਆਪਣੇ ਬੱਚੇ ਨਾਲ ਤੁਰੇ ਹੋਵੋ, ਇਹ ਗੱਲ ਦਾ ਜਵਾਬ ਦੇਣਾ ਸਾਨੂੰ। ਤੁਸੀਂ ਆਪਣੇ ਬੱਚੇ ਨਾਲ ਤੁਰੇ ਹੋਵੋ, ਸਾਹਮਣੇ ਕੋਈ ਕੁੱਤਾ ਭੌਂਕਦਾ ਹੋਵੇ ਤਾਂ ਤੁਹਾਡੇ ਬੱਚੇ ਦੇ ਲਾਗੇ ਆ ਸਕਦਾ? ਆਣ ਦੋਗੇ ਤੁਸੀਂ ਕਿ ਲੈ ਆਜਾ ਕੁੱਤੇ ਖਾ ਲਾ ਮੇਰੇ ਬੇਟੇ ਨੂੰ? ਕਹਿ ਦੋਗੇ ਤੁਸੀਂ? ਤੁਸੀਂ ਕੀ ਕਰੋਗੇ ਜੇ ਕੁੱਤਾ ਆਏਗਾ ਵੀ ਤਾਂ ਤੁਸੀਂ ਡੰਡਾ ਲੈ ਕੇ ਉਹਨੂੰ ਦੜਾਓਗੇ ਕਿ ਕਿਤੇ ਮੇਰੇ ਬੇਟੇ ਦੀ ਤਰਫ ਨਾ ਆਵੇ। ਰਸਤੇ 'ਚ ਜਿੰਨੀ ਮਰਜ਼ੀ ਮੁਸ਼ਕਿਲ ਆਏਗੀ, ਜੇ ਰਸਤੇ 'ਚ ਕਿਤੇ ਚਿੱਕੜ ਹੋਏਗਾ, ਰਸਤੇ 'ਚ ਕਿਤੇ ਪਾਣੀ ਹੋਏਗਾ, ਤਾਂ ਤੁਸੀਂ ਕੀ ਕਰੋਗੇ? ਬੱਚੇ ਨੂੰ ਆਪਣੇ ਕੰਧੇ ਤੇ ਬਿਠਾ ਲਓਗੇ, ਗੋਦ ਵਿੱਚ ਚੱਕ ਲਓਗੇ ਕਿ ਨਹੀਂ? ਕਿ ਰਸਤਾ ਪਾਰ ਕਰਨਾ ਹੈ, ਰਸਤੇ 'ਚ ਚਿੱਕੜ ਹੈ, ਪਾਣੀ ਹੈ, ਕਿਤੇ ਬੱਚੇ ਨੂੰ ਪਾਣੀ ਨਾ ਲੱਗ ਜਾਵੇ, ਚਿੱਕੜ ਨਾ ਲੱਗ ਜਾਵੇ। ਇੰਨਾ ਬੱਚੇ ਦਾ ਤੁਸੀਂ ਧਿਆਨ ਰੱਖਦੇ ਹੋ ਕਿ ਬੱਚੇ ਨੂੰ ਗੋਦ 'ਚ ਚੱਕ ਲਓਗੇ ਜਾਂ ਕੰਧੇ ਤੇ ਬਿਠਾ ਲਓਗੇ, ਔਰ ਉਹ ਰਸਤਾ ਪਾਰ ਕਰਕੇ ਫਿਰ ਤੁਸੀਂ ਉਹਨੂੰ ਉਤਾਰ ਕੇ ਤੋਰ ਲਓਗੇ। ਯਾਨੀ ਦੱਸਣਾ ਕੀ ਚਾਹੁੰਦੇ ਆ, ਜਿੱਥੇ ਕੋਈ ਵੀ ਮੁਸੀਬਤ ਆਏਗੀ ਤੁਸੀਂ ਉੱਥੇ ਬੱਚੇ ਨੂੰ ਬਚਾਓਗੇ, ਉਹਦੇ ਅੱਗੇ ਢਾਲ ਬਣ ਕੇ ਖੜ ਜਾਓਗੇ, ਉਹਦੀ ਪੂਰੀ ਸੇਫਟੀ ਕਰੋਗੇ ਕਿ ਇਹਨੂੰ ਕੁਝ ਨਾ ਹੋਵੇ, ਕਿਉਂਕਿ ਇਹ ਮੇਰਾ ਬੱਚਾ ਹੈ। ਹੁਣ ਜ਼ਰਾ ਸੋਚਣ ਵਾਲੀ ਗੱਲ ਹੈ, ਜੇ ਤੁਹਾਨੂੰ ਆਪਣੇ ਬੱਚੇ ਦੀ ਇੰਨੀ ਫਿਕਰ ਹੈ, ਤੁਸੀਂ ਆਪਣੇ ਬੱਚੇ ਦੀ ਇੰਨੀ ਸੇਫਟੀ ਦਾ ਖਿਆਲ ਰੱਖਦੇ ਹੋ, ਤਾਂ ਜ਼ਰਾ ਸੋਚੋ ਸਾਡੇ ਪਰਮ ਪਿਤਾ ਪਰਮਾਤਮਾ ਨੂੰ, ਉਹ ਪ੍ਰਭੂ ਨੂੰ ਸਾਡੀ ਕਿੰਨੀ ਫਿਕਰ ਹੋਏਗੀ, ਉਹਨੂੰ ਸਾਡੀ ਕਿੰਨੀ ਚਿੰਤਾ ਹੋਏਗੀ। ਪਰ ਫਰਕ ਕਿੱਥੇ ਪੈ ਜਾਂਦਾ? ਫਰਕ ਇੱਥੇ ਪੈ ਜਾਂਦਾ ਕਿ ਅਸੀਂ ਉਹਨੂੰ ਆਪਣਾ ਪਿਤਾ ਸਮਝਦੇ ਹੀ ਨਹੀਂ ਹਾਂ, ਅਸੀਂ ਉੱਤੇ ਵਿਸ਼ਵਾਸ ਕਰਦੇ ਹੀ ਨਹੀਂ ਹਾਂ, ਅਸੀਂ ਉੱਤੇ ਯਕੀਨ ਹੀ ਨਹੀਂ ਕਰਦੇ। ਅਸੀਂ ਤਾਂ ਯਕੀਨ ਕਰ ਲੈਂਦੇ ਹਾਂ ਛੋਟੇ ਮੋਟੇ ਜਾਦੂ ਟੂਣਿਆਂ ਤੇ, ਸਮਝਦੇ ਹੋ ਕਿ ਨਹੀਂ? ਕੱਲ ਪਰਸੋਂ ਇੱਕ ਜੀਵ ਨੇ, ਸ਼ਾਇਦ ਕੱਲ ਫਰਿਆਦ ਕੀਤੀ ਕਿ ਮਾਲਕੋ ਹਾਜੀਪੁਰ ਦੀ ਤਰਫੋਂ ਆਏ ਆ ਜੀਵ ਕਿ ਕਿਸੇ ਨੇ ਮਹੱਲੇ ਵਿੱਚ ਨਾ ਟੂਣਾ ਕਰਤਾ, ਤਾਂ ਉਹ ਕਹਿੰਦੇ ਸਾਰੇ ਮੁਹੱਲੇ ਤੇ ਟੂਣਾ ਹੋ ਗਿਆ। ਉਹੀ ਕਹਾ ਸਾਰਿਆਂ ਤੇ ਹੋਇਆ ਹੋਵੇ, ਤੁਹਾਡੇ ਤੇ ਨਹੀਂ ਹੁੰਦਾ, ਕਿਉਂਕਿ ਤੁਸੀਂ ਮਾਲਕਾਂ ਦੇ ਬੱਚੇ ਹੋ। ਸਾਰੇ ਜੋ ਮਰਜ਼ੀ ਮੰਨੀ ਜਾਣ,
क्योंकि गल टूणियां च नहीं कुछ भी हैगी, गल इत्थे है। जो इत्थों मन लिया ना तो फिर हुण साडा सेवादार राजू एक दिन आ रहा सी, चौराहे में ना देखा नारियल, ये गया जाके पैर पूर मार के चक के नारियल लैके साडे को आ गया। कहना मालको ਇਹਦਾ की करना है? ये खा पी लेंदे होर की करना है? देख ला साफ सुथरा है कि नहीं? जरा समझना सारिया ने। पर खोलिया अंदरों गलिया निकले हुए, गलिया थोड़ी खाना है, क्योंकि कई नारियल भी गले होंगे। ठीक है, साफ सुथरा होंगे तो चल गिरी खा लेंदे ਇਹਦੀ। क्योंकि हुण बंदा तो कोल दी लंघदा डर जाता, टूने कोल दी टप गया तेरा काम बेड़ा गर्क। ਅਸੀਂ ਕਹਿੰਦੇ ਜੇ ਤੁਹਾਡੇ ਘਰ 'ਚ ਵੀ ਕਿਸੇ ਨੇ ਨਿੰਬੂ ਨੂੰਬੂ ਰੱਖੇ ਹੁੰਦੇ, ਚੱਕ ਕੇ ਸ਼ਿਕੰਜਵੀ ਬਣਾ ਕੇ ਪੀ ਲਿਆ ਕਰੋ। ਬਲਕਿ ਉੱਥੇ ਲਿਖ ਕੇ ਲਾ ਦਿਓ ਪਰਚੀ, ਉੱਥੇ ਪਰਚੀ ਲਿਖ ਕੇ ਲਾ ਦਿਓ, ਭਾਈ ਅੱਜ ਕੱਲਾ ਨਿੰਬੂ ਰੱਖਿਆ ਹੈ, ਇਦਾਂ ਕਰੀ ਕੱਲ ਨੂੰ ਖੰਡ ਗੁੜ ਮਿਰਚ ਮਸਾਲਾ ਵੀ ਰੱਖ ਦੇ ਤਾਂ ਕਿ ਪੂਰੀ ਸ਼ਿਕੰਜਵੀ ਦਾ ਸਮਾਨ ਹੋ ਜਾਵੇ। ਔਰ ਹੋ ਸਕੇ ਤਾਂ ਕਿੱਲੇ ਜਾਂ ਬਿਸਲਰੀ ਦੀ ਬੋਤਲ ਵੀ ਨਾਲ ਰੱਖ ਦੇ, ਪਾਣੀ ਵੀ ਫਿਰ ਤੇਰਾ ਹੀ ਪੀਵਾਂਗੇ। ਮਜ਼ਾ ਤਾਂ ਫੇਰ ਹੈ ਨਾ। ਇਹਨੂੰ ਕਹਿੰਦੇ ਨਿਡਰਤਾ, ਇਹਨੂੰ ਕਹਿੰਦੇ ਹੌਸਲਾ, ਸਾਹਸ। ਕਈ ਕਹਿੰਦੇ ਉੱਥੇ ਬਿੰਦੀਆਂ ਰੱਖ ਦਿੱਤੀਆਂ, ਸੰਧੂਰ ਰੱਖ ਦਿੱਤਾ ਸੀ, ਕਿ ਫੇਕੀ ਹੋ ਗਿਆ, ਤੁਸੀਂ ਘਰ ਬਿੰਦੀ ਨਹੀਂ ਲਾਉਂਦੇ? ਦੁਕਾਨ ਤੋਂ 10 ਰੁਪਏ ਦੀ ਖਰੀਦਣੀ ਸੀ, ਕੋਈ ਮੁਫਤ 'ਚ ਰੱਖ ਗਿਆ, ਪੈਸਾ ਹੀ ਖਰਚਿਆ ਹੋਣਾ। ਤੁਹਾਡਾ ਕੀ ਗਿਆ? ਤੁਹਾਨੂੰ ਕੁਛ ਨਾ ਕੁਛ ਦੇ ਕੇ ਗਿਆ ਹੈ। ਗੱਲ ਤਾਂ ਵਿਸ਼ਵਾਸ ਦੀ ਹੈ, ਯਕੀਨ ਦੀ ਹੈ। ਜੇ ਯਕੀਨ ਕਰ ਲੈਂਦੇ ਮੇਰਾ ਮਾਲਿਕ ਐਡਾ ਵੱਡਾ ਹੈ, ਸੰਧੂਰਾਂ ਨੇ, ਬਿੰਦੀਆਂ ਨੇ, ਨਿੰਬੂਆਂ ਨੇ, ਨਾਰੀਅਲਾਂ ਨੇ, ਮੇਰਾ ਕੀ ਵਿਗਾੜਨਾ ਹੈ? ਇਹ ਤਾਂ ਬੜੀਆਂ ਛੋਟੀਆਂ ਜਿਹੀਆਂ ਚੀਜ਼ਾਂ ਹੈ, ਸਮਾਂ ਕਿ ਉਹਦੇ ਸਾਹਮਣੇ ਤਾਂ ਨਜ਼ਰ ਵੀ ਨਹੀਂ ਆਉਂਦੀਆਂ ਇਹ, ਤੇ ਇਹਨਾਂ ਤੋਂ ਮੈਂ ਕੀ ਡਰਨਾ? ਕਿਉਂਕਿ ਮੇਰਾ ਮਾਲਿਕ ਮੇਰੇ। ਇਸ ਲਈ ਵਹਿਮਾਂ ਚੋਂ ਨਿਕਲੋ, ਭਰਮਾਂ ਚੋਂ ਨਿਕਲੋ, ਔਰ ਆਪਣੇ ਅੰਦਰ ਬੈਠੀ ਸਰਵ ਸ਼ਕਤੀਸ਼ਾਲੀ ਤਾਕਤ, ਉਹ ਤਾਕਤ ਕੀ ਹੈ? ਪਰਮਾਤਮਾ, ਪ੍ਰਭੂ, ਉਹ ਮਾਲਿਕ, ਉਹ ਤੇ ਯਕੀਨ ਕਰਨਾ ਸਿੱਖੋ ਕਿ ਮੇਰਾ ਮਾਲਿਕ ਮੇਰੇ। ਜਿੱਦਾਂ ਸਮੁੰਦਰ ਦੇ ਵਿੱਚ ਤੁਸੀਂ ਟੈਂਕਰਾਂ ਦੇ ਟੈਂਕਰ ਭਰ ਕੇ ਵੀ ਨਾ ਕਾਲਾ ਰੰਗ ਸੁੱਟਦੇ ਹੋ ਤਾਂ ਸਮੁੰਦਰ ਨੇ ਕਾਲਾ ਨਹੀਂ ਹੋ ਜਾਣਾ, ਉਹਨਾਂ ਫਿਰ ਵੀ ਆਪਣੇ ਰੰਗ 'ਚ ਹੀ ਰਹਿਣਾ ਹੈ। ਕੋਈ ਫਰਕ ਹੀ ਨਹੀਂ ਪੈਂਦਾ ਸਮੁੰਦਰ ਨੂੰ ਕੋਈ। ਇਸ ਤਰ੍ਹਾਂ ਕੋਈ ਤੁਹਾਨੂੰ ਕਵੇ ਨਾ ਉਹ ਫਲਾਣੇ ਨੇ ਭਾਈ ਤੈਨੂੰ ਇਦਾਂ ਕਰਕੇ, ਉਹ ਲਿਆ ਭਰਾਵਾ ਤੂੰ ਇੱਕ ਦਹੀਂ ਦੀ ਕਟੋਰੀ ਕੀ ਕਹਿੰਦਾ ਬਾਲਟੀ ਭਰ ਕੇ ਲਿਆ, ਮੈਂ ਤੇਰੇ ਸਾਹਮਣੇ ਖਾਂਦਾ, ਮੇਰਾ ਮਾਲਿਕ ਮੇਰੇ ਨਾਲ ਆ, ਕੁਝ ਨਹੀਂ ਵਿਗੜ ਸਕਦਾ, ਕਿਉਂਕਿ ਉਹਦੀ ਰਹਿਮਤਾਂ ਦੇ ਸਾਹਮਣੇ ਚੀਜ਼ਾਂ ਕੀ ਹੈ। ਜਦੋਂ ਅਸੀਂ ਖੁਦ ਵਹਿਮਾਂ 'ਚ ਫਸ ਜਾਂਦੇ ਹਾਂ, ਭਰਮਾਂ 'ਚ ਫਸ ਜਾਂਦੇ ਹਾਂ, ਤਾਂ ਫਿਰ ਰੱਬ ਵੀ ਕਹਿੰਦਾ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ। ਤਾਂ ਜੇ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਤਾਂ ਆਪੇ ਠੋਕਰਾਂ ਖਾ, ਆਪੇ ਧੱਕੇ ਖਾ, ਫਿਰ ਮੈਂ ਕੀ ਕਰਾਂ? ਕਿਉਂਕਿ ਅਸੀਂ ਫਿਰ ਦੱਸਾਂਗੇ ਤੁਹਾਡਾ ਵਿਸ਼ਵਾਸ ਹੀ ਤੁਹਾਨੂੰ ਪਰਮਾਤਮਾ ਨਾਲ ਜੋੜਦਾ ਹੈ। ਮਹਿਮੂਦ ਗਜ਼ਨਵੀ ਇੱਕ ਬਾਦਸ਼ਾਹ, ਔਰ ਜਿੱਦਾਂ ਉਹਨਾਂ ਦੇ ਜੀਵਨ ਦੀ ਐਸੀ ਘਟਨਾ ਕੁਝ ਪਿਛਲੇ ਦਿਨਾਂ 'ਚ ਸਤਸੰਗ 'ਚ ਦੱਸੀ ਸੀ ਕਿ ਉਹ ਪਹਿਲੀ ਵਾਰ ਜਦੋਂ ਮਿਲੇ ਸੀ ਅਬੁਲ ਹਸਨ ਖਰਕਾਨੀ ਨੂੰ, ਫਕੀਰ ਸੀ ਇੱਕ, ਉਹ ਕਿੱਸਾ ਤੁਸੀਂ ਸਤਸੰਗ 'ਚ ਸੁਣ ਸਕਦੇ ਹੋ। ਪਰ ਉਹ ਕਿਸੇ ਤੋਂ ਬਾਅਦ ਮਹਿਮੂਦ ਗਜ਼ਨਵੀ ਦੀ ਜਿੱਤ ਹੋਈ ਜੰਗ 'ਚ ਤਾਂ ਫਿਰ ਉਹਨਾਂ ਦਾ ਮੁਰੀਦ ਹੋ ਗਿਆ, ਯਾਨੀ ਅਬੁਲ ਹਸਨ ਖਰਕਾਨੀ ਨਾਲ ਬੜਾ ਪ੍ਰੇਮ ਕਰਨ ਲੱਗ ਪਿਆ। ਔਰ ਜਦੋਂ ਵੀ ਬਾਦਸ਼ਾਹ ਨੂੰ ਸਮਾਂ ਮਿਲਣਾ ਉਹਨਾਂ ਆਪਣੇ ਪੀਰ ਦੇ ਦਰਸ਼ਨ ਕਰਨ ਜਾਣਾ। ਪੀਰ ਦਾ ਮਤਲਬ ਗੁਰੂ। ਕਹਿੰਦੇ ਇੱਕ ਦਿਨ ਮਹਿਮੂਦ ਗਜ਼ਨਵੀ ਦੀ ਆਦਤ ਸੀ ਦਾਨ ਕਰਨ ਦੀ, ਯਾਨੀ ਉਹ ਗਰੀਬਾਂ ਨੂੰ ਦਾਨ ਵੀ ਕਰਦਾ ਹੁੰਦਾ ਸੀ। ਇੱਕ ਦਿਨ ਉਹ ਸਵੇਰੇ ਸਵੇਰੇ ਦਾਨ ਕਰ ਰਿਹਾ ਤਾਂ ਦੇਖਿਆ ਕਿ ਇੱਕ ਆਦਮੀ ਹੈ ਜੇ ਤੋਂ ਠੀਕ ਤੁਰ ਨਹੀਂ ਹੁੰਦਾ, ਯਾਨੀ ਉਹ ਲੰਗੜਾ ਕੇ ਤੁਰ ਰਿਹਾ ਹੈ। ਜਦੋਂ ਮਹਿਮੂਦ ਗਜ਼ਨਵੀ ਦੇ ਕੋਲ ਆਇਆ ਤਾਂ ਆ ਕੇ ਮਹਿਮੂਦ ਗਜ਼ਨਵੀ ਹਮੇਸ਼ਾ ਪੁੱਛਦਾ ਸੀ ਮੰਗਣ ਵਾਲਿਆਂ ਨੂੰ, ਬਾਦਸ਼ਾਹ ਪੁੱਛਦਾ ਸੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ, ਕਿਉਂਕਿ ਜਿਹੜੀ ਚੀਜ਼ ਦੀ ਤੈਨੂੰ ਜ਼ਰੂਰਤ ਹੈ ਉਹ ਤੈਨੂੰ ਦੇਵਾਂ। ਹੁਣ ਜ਼ਰੂਰਤ ਕੱਪੜੇ ਦੀ ਹੋਵੇ ਤਾਂ ਦੇਈ ਰੋਟੀ ਜਾਈਏ, ਕੀ ਫਾਇਦਾ? ਜਿਹੜਾ ਬੰਦਾ ਪੁੱਛਾ ਮੰਗਦਾ ਹਾਂ ਵੀ ਦੱਸ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਉਂਕਿ ਜੋ ਤੈਨੂੰ ਲੋੜ ਆ ਬੋਲ ਦੇ ਦਿੰਦੇ। ਹੁਣ ਜਦੋਂ ਉਹ ਆਇਆ ਸਭ ਦੀਆਂ ਜ਼ਰੂਰਤਾਂ ਪੁੱਛ ਪੁੱਛ ਕੇ ਬਾਦਸ਼ਾਹ ਦੇ ਰਿਹਾ ਸੀ। ਜਦੋਂ ਉਹ ਲੰਗੜਾ ਆਦਮੀ ਆਇਆ, ਲੰਗੜਾਂਦਾ ਆਇਆ, ਤਾਂ ਲੰਗੜਾ ਇਦਾਂ ਨਹੀਂ ਸੀ ਕਿ ਇੱਕ ਲੱਤ ਹੈ ਨਹੀਂ ਸੀ, ਲੱਤਾਂ ਦੋਨੇ ਹੀ ਸੀ, ਪਰ ਫਿਰ ਵੀ ਲੰਗੜਾ ਕੇ ਚੱਲ ਰਿਹਾ ਸੀ। ਆਇਆ ਜਦੋਂ ਤਾਂ ਮਹਿਮੂਦ ਗਜ਼ਨਵੀ ਨੇ ਪੁੱਛਿਆ ਦੱਸ ਵੀ ਤੈਨੂੰ ਕੀ ਚਾਹੀਦਾ ਹੈ? ਕਹਿੰਦਾ ਬਾਦਸ਼ਾਹ ਇੱਕ ਤਾਂ ਮੈਨੂੰ ਕੰਬਲ ਦੇ ਦਿਓ ਗਰਮ ਜਿਹਾ, ਕਿਉਂਕਿ ਅੱਗੇ ਸਰਦੀ ਦਾ ਮੌਸਮ ਆ ਰਿਹਾ ਹੈ, ਔਰ ਦੂਜਾ ਆ ਮੇਰੀਆਂ ਲੱਤਾਂ ਨਾ ਇਹਨਾਂ ਨੂੰ ਠੀਕ ਕਰ ਦਿਓ, ਮੈਂ ਬਚਪਨ ਤੋਂ ਲੰਗੜਾ ਕੇ ਚੱਲ ਰਿਹਾ ਹਾਂ, ਅਗਰ ਇਹ ਵੀ ਠੀਕ ਹੋ ਜਾਣ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਮਹਿਮੂਦ ਗਜ਼ਨਵੀ ਨੇ ਕੰਬਲ ਲਿਆ, ਉਹਦੇ ਹੱਥੇ ਰੱਖਿਆ, ਕਹਿੰਦੇ ਦੇਖ ਭਾਈ ਜੋ ਮੇਰੇ ਵੱਸ 'ਚ ਹੈ ਉਹ ਮੈਂ ਤੈਨੂੰ ਦੇ ਸਕਦਾ ਹਾਂ, ਤੂੰ ਮੈਨੂੰ ਕਹਿ ਹੀਰੇ ਚਾਹੀਦੇ ਹੈ, ਮੋਤੀ ਚਾਹੀਦੇ ਹੈ, ਸੋਨਾ ਚਾਹੀਦਾ ਹੈ, ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਇਹ ਦੁਨਿਆਵੀ ਪਦਾਰਥ ਤੂੰ ਜਿਹੜਾ ਮਰਜ਼ੀ ਮੰਗ ਲਾ ਉਹ ਮੈਂ ਤੈਨੂੰ ਦੇ ਸਕਦਾ ਹਾਂ। ਪਰ ਜਦੋਂ ਗੱਲ ਆਉਂਦੀ ਤੰਦਰੁਸਤੀ ਦੀ ਤਾਂ ਇਹ ਤੰਦਰੁਸਤੀ ਦੇਣਾ ਮੇਰੇ ਹੱਥ 'ਚ ਨਹੀਂ ਹੈ। ਅਗਰ ਤੂੰ ਤੰਦਰੁਸਤੀ ਚਾਹੁੰਦਾ ਹੈ ਤਾਂ ਮੇਰੇ ਪੀਰ ਹਜ਼ਰਤ ਅਬੁਲ ਹਸਨ ਖਰਕਾਨੀ ਦੇ ਦਰਬਾਰ ਤੇ ਚਲਾ ਜਾ, ਕਿਉਂਕਿ ਖੁਸ਼ੀਆਂ, ਤੰਦਰੁਸਤੀ ਇਹ ਬਾਦਸ਼ਾਹ ਦੇ ਦਰ ਤੋਂ ਨਹੀਂ ਮਿਲਦੀ, ਇਹ ਫਕੀਰਾਂ ਦੇ ਦਰ ਤੋਂ ਮਿਲਦੀ ਹੈ।
ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਬਿਮਾਰ ਹੋਵੋ, ਕਿਸੇ ਬਾਦਸ਼ਾਹ ਦੇ ਦਰਬਾਰ ਚਲੇ ਜਾਓ, ਅਮੀਰ ਦੇ ਘਰ ਦੇ ਬਾਹਰ ਖੜੇ ਹੋ ਜਾਓ, ਭਾਈ ਮੈਨੂੰ ਤੰਦਰੁਸਤੀ ਦੇ ਦੇ, ਤਾਂ ਫਿਰ ਬਾਅਦ ਚੋਂ ਪਤਾ ਲੱਗੇ ਉਹ ਜਿਹੜਾ ਘਰ ਦਾ ਮਾਲਿਕ ਉਹ ਤਾਂ ਆਪ ਵੈਂਟੀਲੇਟਰ ਤੇ ਲੇਟਿਆ ਹੈ, ਉਹ ਤਾਂ ਆਪ ਹਸਪੀਟਲ 'ਚ ਐਡਮਿਟ ਹੈ। ਤਾਂ ਫਿਰ ਬੰਦੇ ਨਾਲ ਜੇ ਕੋ ਮੈਂ ਤੰਦਰੁਸਤੀ ਮੰਗਦਾ, ਜੇ ਅਮੀਰਾਂ ਦੇ ਘਰ ਤੰਦਰੁਸਤੀ ਹੁੰਦੀ ਤਾਂ ਅਮੀਰ ਕਦੀ ਬਿਮਾਰ ਹੁੰਦੇ ਹੀ ਨਾ, ਫਿਰ ਤਾਂ ਸਦਾ ਹੀ ਫਿੱਟ ਰਹਿੰਦੇ, ਤੰਦਰੁਸਤ ਰਹਿੰਦੇ। ਸੋ ਤੰਦਰੁਸਤੀ, ਰਹਿਮਤ, ਬਰਕਤ, ਬਖਸ਼ਿਸ਼, ਖੁਸ਼ੀਆਂ ਕਿੱਥੋਂ ਮਿਲਣੀਆਂ ਹੈ? ਇਹ ਫਕੀਰਾਂ ਦੇ ਦਰਬਾਰ ਚੋਂ ਮਿਲਦੀਆਂ ਹੈ। ਅਮੀਰਾਂ ਦੇ ਕੋਲੋਂ ਖਾਣ ਨੂੰ ਰੋਟੀ ਮਿਲ ਜਾਏਗੀ, ਪਾਣ ਨੂੰ ਕੱਪੜਾ ਮਿਲ ਜਾਏਗਾ, ਹੋਰ ਜੋ ਦੁਨਿਆਵੀ ਜ਼ਰੂਰਤਾਂ ਦਾ ਸਮਾਨ ਹੈ ਉਹ ਮਿਲ ਜਾਏਗਾ। ਪਰ ਮਹਿਮੂਦ ਗਜ਼ਨਵੀ ਨੇ ਕਿਹਾ, ਆ ਜਿਹੜੀ ਚੀਜ਼ ਤੂੰ ਮੰਗ ਰਿਹਾ ਨਾ, ਮੇਰੀ ਲੱਤਾਂ ਨੂੰ ਠੀਕ ਕਰੋ, ਤੰਦਰੁਸਤੀ ਦਿਓ ਤਾਂ ਕਿ ਮੈਂ ਸਹੀ ਢੰਗ ਨਾਲ ਚੱਲ ਸਕਾਂ। ਤਾਂ ਭਾਈ ਇਹ ਦੇਣੀ ਮੇਰੇ ਵੱਸ 'ਚ ਨਹੀਂ ਹੈ, ਇਹ ਮੇਰੇ ਪੀਰ ਹੈ। ਔਰ ਫਿਰ ਦੱਸਾਂਗੇ ਪੀਰ ਦਾ ਮਤਲਬ ਹੁੰਦਾ ਗੁਰੂ। ਮੇਰੇ ਪੀਰ ਹੈ ਅਬੁਲ ਹਸਨ ਖਰਕਾਨੀ, ਉਹਨਾਂ ਦੇ ਕੋਲ ਚਲਾ ਜਾ, ਉਹਨਾਂ ਦੇ ਦਰ ਤੇ ਜਾ ਕੇ ਮੰਗ, ਕਿਉਂਕਿ ਰਹਿਮਤ, ਬਰਕਤ, ਬਖਸ਼ਿਸ਼, ਖੁਸ਼ੀਆਂ, ਤੰਦਰੁਸਤੀਆਂ ਇਹ ਫਕੀਰਾਂ ਦੇ ਦਰ ਤੋਂ ਮਿਲਦੀਆਂ, ਬਾਦਸ਼ਾਹਾਂ ਦੇ ਦਰ ਤੋਂ ਨਹੀਂ। ਇਸ ਲਈ ਉੱਥੇ ਚਲਾ ਜਾ। ਹੁਣ ਜਦੋਂ ਇੱਕ ਬਾਦਸ਼ਾਹ ਕਿਸੇ ਫਕੀਰ ਦੀ ਤਾਰੀਫ ਕਰੇ ਤਾਂ ਫਿਰ ਸੁਣਨ ਵਾਲਾ ਵੀ ਪ੍ਰਭਾਵਿਤ ਹੁੰਦਾ ਹੈ ਕਿ ਇਹਦਾ ਮਤਲਬ ਜੇ ਬਾਦਸ਼ਾਹ ਕਹਿ ਰਿਹਾ ਹੈ ਤਾਂ ਇਹ ਫਕੀਰ ਕੋਈ ਸਧਾਰਨ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹਨੂੰ ਬਾਦਸ਼ਾਹ ਮੰਨੇ ਉਹ ਕਿੱਡਾ ਵੱਡਾ ਫਕੀਰ ਹੋਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਫਕੀਰ ਕਹਿੰਦਾ, ਉਹ ਲੰਗੜਾ ਬੰਦਾ ਕਹਿੰਦਾ ਠੀਕ ਹੈ ਜੀ ਮੈਂ ਹੁਣੇ ਹੀ ਚਲਾ ਜਾਂਦਾ ਹੈ, ਕੰਬਲ ਲਿਆ ਔਰ ਤੁਰ ਪਿਆ। ਹੁਣ ਚਲਾ ਗਿਆ, ਇਹ ਗੱਲ ਨੂੰ ਮਹੀਨਾ 2 ਮਹੀਨੇ ਬੀਤ ਗਏ। ਇੱਕ ਦਿਨ ਮਹਿਮੂਦ ਗਜ਼ਨਵੀ ਆਪਣੇ ਸੈਨਿਕਾਂ ਦੇ ਨਾਲ ਆਪਣੇ ਪੀਰ ਦੇ ਦਰਸ਼ਨ ਕਰਨ ਗਿਆ, ਅਬੁਲ ਹਸਨ ਦੇ ਦਰਬਾਰ 'ਚ ਗਿਆ ਦਰਸ਼ਨ ਕਰਨ। ਜਦੋਂ ਦਰਬਾਰ 'ਚ ਗਿਆ ਤਾਂ ਕੀ ਦੇਖਿਆ? ਉਹ ਜਿਹੜਾ ਲੰਗੜਾ ਬੰਦਾ ਬਾਹਰ ਹੀ ਬੈਠਾ ਹੋਇਆ ਗੇਟ ਦੇ, ਯਾਨੀ ਫਕੀਰਾਂ ਦੇ ਦਰਵਾਜ਼ੇ ਤੇ ਬਾਹਰ ਬੈਠਾ ਮੰਗ ਰਿਹਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਮੰਗ ਰਿਹਾ ਹੈ ਕਿ ਰੱਬ ਦੇ ਨਾਂ ਤੇ 1 ਰੁਪਿਆ ਦੇ ਦਿਓ, 1 ਪੈਸਾ ਦੇ ਦਿਓ, ਜਿੱਦਾਂ ਦੇਖਦੇ ਨਾ ਮੰਗਦੇ ਹੁੰਦੇ ਆ ਫਕੀਰਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ, ਏਦਾਂ ਹੀ ਮੰਗ ਰਿਹਾ ਹੈ। ਮਹਿਮੂਦ ਗਜ਼ਨਵੀ ਨੇ ਪਹਿਚਾਣ ਲਿਆ ਕਿ ਇਹ ਤਾਂ ਉਹੀ ਮੰਗਤਾ ਜਿਹਨਾਂ ਮੇਰੇ ਕੋਲ ਤੰਦਰੁਸਤੀ ਮੰਗੀ ਸੀ, ਇੱਥੇ ਬੈਠਾ ਕੀ ਕਰ ਰਿਹਾ, ਹਾਲੇ ਤੱਕ ਠੀਕ ਹੀ ਨਹੀਂ ਹੋਇਆ। ਤਾਂ ਉਸ ਵੇਲੇ ਮਹਿਮੂਦ ਗਜ਼ਨਵੀ ਨੇ ਉਹਨੂੰ ਪਹਿਚਾਣ ਕੇ ਉਹਦੇ ਕੋਲ ਜਾ ਕੇ ਪੁੱਛਿਆ, ਤੂੰ ਉਹੀ ਨਹੀਂ ਹੈ ਜਿਹੜਾ ਤਕਰੀਬਨ 3 ਮਹੀਨੇ ਪਹਿਲਾਂ ਜਦੋਂ ਮੇਰੇ ਕੋਲ ਮੰਗਣ ਆਇਆ ਸੀ ਕਿ ਮੈਨੂੰ ਤੰਦਰੁਸਤੀ ਦਿਓ ਤਾਂ ਮੈਂ ਤੈਨੂੰ ਆਪਣੇ ਪੀਰ ਦੇ ਦਰ ਤੇ ਭੇਜਿਆ ਸੀ? ਕਹਿੰਦਾ ਹਾਂਜੀ ਮੈਂ ਉਹੀ ਹਾਂ ਬਾਦਸ਼ਾਹ, ਮੈਨੂੰ ਪਹਿਚਾਣ ਲਿਆ ਤੁਸੀਂ, ਬੜੀ ਅੱਛੀ ਗੱਲ ਹੈ, ਮੈਂ ਉਹੀ ਹਾਂ। ਉਹ ਕਹਿੰਦੇ ਫਿਰ ਤੂੰ ਦੁਆ ਨਹੀਂ ਕੀਤੀ, ਹਾਲੇ ਤੱਕ ਠੀਕ ਨਹੀਂ ਹੋਇਆ? ਤਾਂ ਉਸ ਲਈ ਉਹ ਕਹਿੰਦਾ ਜੀ ਮੈਂ ਤਾਂ ਬਹੁਤ ਦੁਆਵਾਂ ਕੀਤੀਆਂ, ਮੈਂ ਤਾਂ ਬਹੁਤ ਦੁਆਵਾਂ ਕੀਤੀਆਂ, 1 ਦਿਨ ਕੀਤੀ, ਦੂਜੇ ਦਿਨ ਕੀਤੀ, ਤੀਜੇ ਦਿਨ ਕੀਤੀ, ਚੌਥੇ ਦਿਨ ਕੀਤੀ, ਪਰ ਫਰਕ ਤਾਂ ਕੋਈ ਪਿਆ ਨਹੀਂ। 3 ਮਹੀਨੇ ਹੋ ਗਏ ਇੱਥੇ ਬੈਠੇ ਨੂੰ। ਹੁਣ ਬੈਠੇ ਲੋਕਾਂ ਕੋਲੋਂ ਮੰਗਦਾ, ਜੋ ਦੇ ਜਾਂਦੇ ਉਹਦੇ ਨਾਲ ਗੁਜ਼ਾਰਾ ਕਰੀ ਜਾਂਦਾ ਹੈ। ਮੈਂ ਤਾਂ ਬੜੀਆਂ ਦੁਆਵਾਂ ਕੀਤੀਆਂ। ਤਾਂ ਮਹਿਮੂਦ ਗਜ਼ਨਵੀ ਨੂੰ ਬੜੀ ਅੰਦਰ ਇੱਕ ਸੱਟ ਵੱਜੀ, ਮੇਰੇ ਮੁਰਸ਼ਦ ਦੇ ਦਰਬਾਰ ਤੇ ਆ ਕੇ ਕਹਿੰਦਾ ਹੈ ਕਿ 3 ਮਹੀਨੇ ਹੋ ਗਏ ਬੈਠੇ ਨੂੰ, ਬੜੀਆਂ ਦੁਆਵਾਂ ਕੀਤੀਆਂ, ਪੂਰੀ ਨਹੀਂ ਹੋਈ, ਦੁਆ ਪੂਰੀ ਨਹੀਂ ਹੋਈ, ਰਹਿਮਤ ਨਹੀਂ ਹੋਈ, ਮੈਂ ਠੀਕ ਨਹੀਂ ਹੋਇਆ। ਤਾਂ ਮਹਿਮੂਦ ਗਜ਼ਨਵੀ, ਕਿਉਂਕਿ ਉਹਨੂੰ ਆਪਣੇ ਮੁਰਸ਼ਦ ਤੇ ਪੂਰਾ ਯਕੀਨ ਸੀ, ਮਹਿਮੂਦ ਗਜ਼ਨਵੀ ਨੇ ਉਸੇ ਵੇਲੇ ਸੈਨਿਕਾਂ ਨੂੰ ਹੁਕਮ ਕੀਤਾ ਕਿ ਜਾਓ ਜੱਲਾਦ ਨੂੰ ਬੁਲਾਓ। ਉਹ ਜਦੋਂ ਜੱਲਾਦ ਗਿਆ ਤਾਂ ਇਹ ਮੰਗਤਾ ਵੀ ਡਰ ਗਿਆ, ਕਹਿੰਦਾ ਹੈ ਜੱਲਾਦ ਨੂੰ ਕਿਉਂ ਬੁਲਾ ਲਿਆ? ਹੁਣ ਸੈਨਿਕ ਤਾਂ ਦੌੜੇ ਗਏ, ਜੱਲਾਦ ਨੂੰ ਲੈ ਕੇ ਆ ਗਏ, ਕਿਉਂਕਿ ਬਾਦਸ਼ਾਹ ਦਾ ਹੁਕਮ ਹੈ, ਭਲਾ ਜੇ ਪੂਰਾ ਹੋਣਾ ਸੀ। ਜੱਲਾਦ ਆ ਗਿਆ ਤਾਂ ਮਹਿਮੂਦ ਗਜ਼ਨਵੀ ਨੇ ਕਿਹਾ, ਇਹ ਜੱਲਾਦ ਆਪਣੀ ਤਲਵਾਰ ਕੱਢ। ਜੱਲਾਦ ਨੇ ਤਲਵਾਰ ਕੱਢੀ ਤਾਂ ਉਸ ਵੇਲੇ ਮਹਿਮੂਦ ਗਜ਼ਨਵੀ ਕਹਿੰਦੇ, ਜੱਲਾਦ ਮੈਂ ਅੰਦਰ ਜਾ ਰਿਹਾ ਆਪਣੇ ਪੀਰ ਨੂੰ ਮਿਲਣ, ਔਰ ਯਾਦ ਰੱਖ ਮੇਰੇ ਬਾਹਰ ਆਉਣ ਤੱਕ ਅਗਰ ਇਹ ਤੁਰਿਆ ਨਾ, ਇਹ ਠੀਕ ਨਾ ਹੋਇਆ ਤਾਂ ਇਹਦੀ ਗਰਦਨ ਵੱਢ ਦੇਂ, ਔਰ ਜਾਣ ਨਹੀਂ ਇਹਨੂੰ ਕਿਤੇ ਦੇਣਾ। ਇਹ ਵੀ ਨਾ ਹੋਵੇ ਦੌੜ ਜਾਵੇ, ਇਹ ਬੈਠਾ ਵੀ ਇੱਥੇ ਰਵੇ, ਯਾਨੀ ਰਵੇ ਵੀ ਇੱਥੇ ਹੀ, ਪਰ ਮੇਰੇ ਆਉਣ ਤੱਕ ਜੇ ਸਹੀ ਢੰਗ ਨਾਲ ਤੁਰਿਆ ਨਾ, ਇਹਦੀ ਗਰਦਨ ਵੱਢ ਦਿਓ, ਮੇਰਾ ਹੁਕਮ ਹੈ। ਹੁਣ ਬਾਦਸ਼ਾਹ ਦਾ ਹੁਕਮ ਕੌਣ ਟਾਲ ਸਕਦਾ ਹੈ? ਬਾਦਸ਼ਾਹ ਦਾ ਕਵੇ ਹਜ਼ਾਰਾਂ ਦੀ ਗਰਦਨ ਵੱਢ ਦਿਓ ਤਾਂ ਕੋਈ ਪੁੱਛ ਸਕਦਾ ਹੈ ਕਿਉਂ? ਹੁਣ ਗੱਲ ਕਹਿ ਕੇ ਮਹਿਮੂਦ ਗਜ਼ਨਵੀ ਪੀਰ ਦੇ ਦਰਬਾਰ ਦੇ ਅੰਦਰ ਕਦਮ ਰੱਖਿਆ ਉਹਨਾਂ, ਤਾਂ ਜਾਂਦਾ ਜਾਂਦਾ ਇੱਕ ਵਾਰ ਫਿਰ ਕਹਿਤਾ, ਜੱਲਾਦ ਯਾਦ ਰੱਖ ਜਦੋਂ ਮੈਂ ਦੁਬਾਰਾ ਕਦਮ ਇਹ ਦਹਲੀਜ਼ ਚੋਂ ਮੁਰਸ਼ਦ ਦੇ ਦਰਬਾਰ ਚੋਂ ਬਾਹਰ ਰੱਖਾਂ ਨਾ, ਜੇ ਇਹ ਨਾ ਚੱਲਿਆ ਤੇ ਇਹਦੀ ਗਰਦਨ ਲਾ ਦੇਈ, ਨਹੀਂ ਤਾਂ ਤੇਰੀ ਗਰਦਨ ਜਾਏਗੀ। ਕਹਿ ਕੇ ਮਹਿਮੂਦ ਗਜ਼ਨਵੀ ਅੰਦਰ ਚਲਾ ਗਿਆ। ਇੱਧਰ ਇਹ ਜਿਹੜਾ ਲੰਗੜਾ ਸੀ ਇਹ ਤਾਂ ਕੰਬ ਗਿਆ, डर गया, आगे हो गया। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।